हाँ जी। ਤ੍ਰਿਸ਼ਨਾ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਹੈ। ਸਭ ਤੋਂ ਪਹਿਲਾਂ ਆਪਾਂ ਕਹਾਣੀਕਾਰ ਬਾਰੇ ਜਾਣਕਾਰੀ ਲਵਾਂਗੇ। ਕਿਸੇ ਸਮੇਂ ਸਾਹਿਤਕਾਰਾਂ ਦੇ ਜਨਮ ਲਈ ਜਰਖੇਜ਼ ਸਮਝੇ ਜਾਣ ਵਾਲੇ ਪੋਠੋਹਾਰ ਦੇ ਇਲਾਕੇ ਦੇ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ ਵਿੱਚ ਸਰਦਾਰ ਜੀਵਨ ਸਿੰਘ ਦੁੱਗਲ ਦੇ ਘਰ ਕਰਤਾਰ ਸਿੰਘ ਦੁੱਗਲ ਦਾ ਜਨਮ ਹੋਇਆ। MA ਅੰਗਰੇਜ਼ੀ ਦੀ ਵਿੱਦਿਆ ਹਾਸਲ ਕਰਕੇ ਉਸਨੇ ਛੇਤੀ ਹੀ ਆਲ ਇੰਡੀਆ ਰੇਡੀਓ ਦੇ ਅਧਿਕਾਰੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ। 1942 ਤੋਂ 1966 ਤੱਕ ਉਹ ਲਗਾਤਾਰ ਰੇਡੀਓ ਨਾਲ ਜੁੜਿਆ ਰਿਹਾ ਤੇ ਬਤੌਰ ਡਾਇਰੈਕਟਰ ਆਕਾਸ਼ਵਾਣੀ ਸੇਵਾ ਮੁਕਤ ਹੋਇਆ। ਰੇਡੀਓ ਦੀ ਸੇਵਾ ਨਿਭਾਉਣ ਤੋਂ ਇਲਾਵਾ ਉਸਨੇ ਰਾਸ਼ਟਰੀ ਪੱਧਰ ਦੇ ਹੋਰ ਵੀ ਕਈ ਅਦਾਰਿਆਂ ਵਿੱਚ ਸਮੇਂ-ਸਮੇਂ ਜ਼ਿੰਮੇਵਾਰੀ ਵਾਲੇ ਅਹੁਦਿਆਂ 'ਤੇ ਕੰਮ ਕੀਤਾ। ਉਹ ਨੈਸ਼ਨਲ ਬੁੱਕ ਟਰੱਸਟ ਦਾ ਸਕੱਤਰ 1966-73, ਸਲਾਹਕਾਰ ਸੂਚਨਾ ਦੀ ਪ੍ਰਸਾਰਣ ਮੰਤਰਾਲਾ 1973-76 ਅਤੇ ਰਾਜ ਸਭਾ ਦਾ ਮੈਂਬਰ ਵੀ ਰਿਹਾ। ਦੁੱਗਲ ਬਹੁ-ਵਿਧਾਈ ਲੇਖਕ ਹੈ ਤੇ ਕਵਿਤਾ, ਕਹਾਣੀ, ਨਾਟਕ, ਨਾਵਾਰਤਕ ਲੇਖਣ ਦੇ ਖੇਤਰ ਵਿੱਚ ਉਸਦੀਆਂ ਅਹਿਮ ਪ੍ਰਾਪਤੀਆਂ ਹਨ, ਪਰ ਪੰਜਾਬੀ ਕਹਾਣੀਕਾਰ ਵਜੋਂ ਉਸਦੀ ਇੱਕ ਵਿਲੱਖਣ ਪਛਾਣ ਹੈ। ਉਸਨੂੰ ਆਧੁਨਿਕ ਨਿੱਕੀ ਕਹਾਣੀ ਦੇ ਨਕਸ਼ ਸਵਾਰਨ ਵਾਲੇ ਪਹਿਲੇ ਮੋਢੀ ਕਥਾਕਾਰਾਂ ਵਿੱਚ ਸਨਮਾਨਯੋਗ ਸਥਾਨ ਹਾਸਲ ਹੈ। ਕਰਤਾਰ ਸਿੰਘ ਦੁੱਗਲ ਆਪਣੇ ਪਹਿਲੇ ਕਹਾਣੀ ਸੰਗ੍ਰਹਿ ਸਵੇਰਸਾਰ ਨਾਲ ਹੀ ਸਥਾਪਿਤ ਕਥਾਕਾਰ ਬਣ ਗਿਆ ਸੀ। ਪੰਜਾਬੀ ਕਹਾਣੀ ਵਿੱਚ ਮਨੋਵਿਗਿਆਨ ਅੰਤਰਦ੍ਰਿਸ਼ਟੀ ਦਾ ਸਮਾਵੇਸ਼ ਕਰਨਾ ਉਸਦੀ ਵੱਡੀ ਪ੍ਰਾਪਤੀ ਸਮਝੀ ਜਾਂਦੀ ਹੈ। ਉਸਦੀਆਂ ਕਹਾਣੀਆਂ ਵਿੱਚ ਪਹਿਲੀ ਵਾਰ ਮਨੁੱਖੀ ਮਨ ਦੀਆਂ ਅੰਦਰਲੀਆਂ ਹਨੇਰੀਆਂ ਪਰਤਾਂ ਨੂੰ ਬਾਰੀਕੀ ਨਾਲ ਵੇਖਿਆ ਜਾਣ ਲੱਗਾ। ਉਸਨੇ ਡੂੰਘੀ ਮਨੋਵਿਗਿਆਨਿਕ ਸੂਝ ਨਾਲ ਮਨੁੱਖੀ ਵਿਹਾਰ ਪਿੱਛੇ ਕਾਰਜਸ਼ੀਲ ਪ੍ਰੇਰਕਾਂ ਨੂੰ ਸਮਝਿਆ ਤੇ ਸਮਝਾਇਆ। ਭਾਵੇਂ ਕਰਤਾਰ ਸਿੰਘ ਦੁੱਗਲ ਸ਼ੁਰੂ ਵਿੱਚ ਕਲਾ ਲਈ ਦੇ ਸਿਧਾਂਤ ਦਾ ਪੈਰੋਕਾਰ ਸੀ, ਪਰ ਛੇਤੀ ਹੀ ਉਸਦੀਆਂ ਕਹਾਣੀਆਂ ਵਿੱਚ ਕਲਾ ਸਮਾਜ ਲਈ ਦੇ ਸਿਧਾਂਤ ਦਾ ਸਮਾਵੇਸ਼ ਵੀ ਹੋ ਗਿਆ ਤੇ ਉਸਨੇ ਆਪਣੀਆਂ ਕਹਾਣੀਆਂ ਵਿੱਚ ਬਦਲ ਰਹੇ ਭਾਰਤ ਦੀ ਤਕਦੀਰ ਨੂੰ ਪ੍ਰਗਤੀਵਾਦੀ ਉਤਸ਼ਾਹ ਨਾਲ ਚਿਤਰਿਆ। ਗੁਣ ਤੇ ਗਿਣਤੀ ਵਿੱਚ ਉਹ ਪੰਜਾਬੀ ਵਿੱਚ ਸਭ ਤੋਂ ਵੱਧ ਕਹਾਣੀਆਂ ਲਿਖਣ ਵਾਲਾ ਲੇਖਕ ਗਿਣਿਆ ਜਾਂਦਾ ਹੈ। ਪੋਠੋਹਾਰੀ ਭਾਸ਼ਾਈ ਰੰਗ ਵਿੱਚ ਰੰਗੀ ਹੋਈ ਨਿੱਕੇ ਦੁਹਰਾਓ ਪੂਰਨ ਵਾਕਾਂ ਤੇ ਵਾਕੰਸ਼ਾਂ ਦੀ ਸਰੋਦੀ ਜੜਤ ਵਾਲੀ ਉਸਦੀ ਵਿਲੱਖਣ ਲਿਖਣ ਸ਼ੈਲੀ ਉਸਦਾ ਵਿਸ਼ੇਸ਼ ਪਛਾਣ ਚਿੰਨ੍ਹ ਹੈ। ਉਮਰ ਦੇ ਇਸ ਪੜਾਅ ਉੱਤੇ ਵੀ ਉਹ ਕਹਾਣੀਆਂ ਲਿਖੀ ਜਾ ਰਿਹਾ ਹੈ। ਉਸਦੀ ਕਹਾਣੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਹੈ। ਸਵੇਰਸਾਰ 1941, ਪਿੱਪਲ ਪੱਤੀਆਂ 1942, ਕੁੜੀ ਕਹਾਣੀ ਕਰਦੀ ਗਈ 1943, ਡੰਗਰ 1944, ਕੱਚਾ ਦੁੱਧ 1945, ਅੱਗ ਖਾਣ ਵਾਲੇ 1948, ਨਵਾਂ ਘਰ 1950, ਨਵਾਂ ਆਦਮੀ 1951, ਲੜਾਈ ਨਹੀਂ 1952, ਫੁੱਲ ਤੋੜਨਾ ਮਨ੍ਹਾ ਹੈ 1953, ਕਰਾਮਾਤ 1957, ਗੌਰਜ 1958, ਪਾਰੇ 1960, ਇੱਥੇ ਹੋ ਸਕਦਾ ਪਾਰੇ ਮਰੇ ਹੈ 1960, ਇੱਕ ਛਿਟ ਚਾਨਣ ਦੀ 1960, ਸਵੈ ਸਾਂਝੀਵਾਲ ਸਦਾਇਨ 1966, ਮਾਝਾ ਨਹੀਂ ਮੋਇਆ 1971, ਸੁਨਾਰ ਬੰਗਲਾ 1976, ਢੋਇਆ ਹੋਇਆ ਬੂਹਾ 1978, ਇਕਰਾਰਾਂ ਵਾਲੀ ਰਾਤ 1979, ਤਿਰਕਾਲਾਂ ਵੇਲੇ 1983, ਹੰਸਾ ਆਦਮੀ 1986, ਪੈਣਗੇ ਵੈਣ ਡੂੰਘੇ 1993, ਭਾਬੀ ਜਾਨ 1995, ਮੌਤ ਇੱਕ ਗੁੰਚੇ ਦੀ 1995, ਮਿੱਟੀ ਮੁਸਲਮਾਨ ਕੀ 1999। ਉਸਦੇ ਕਹਾਣੀ ਸੰਗ੍ਰਹਿ ਇੱਕ ਛਿਟ ਚਾਨਣ ਦੀ ਨੂੰ 1965 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। ਹੁਣ ਆਪਾਂ ਗੱਲ ਕਰਦੇ ਹਾਂ ਕਹਾਣੀ ਤ੍ਰਿਸ਼ਨਾ ਬਾਰੇ। ਅਸਲ 'ਚ ਕਹਾਣੀ ਤ੍ਰਿਸ਼ਨਾ ਭਰੂਣ ਹੱਤਿਆ ਦੇ ਸਮਾਜਿਕ ਬੁਰਾਈ ਉੱਪਰ ਕੇਂਦਰਿਤ ਹੈ ਤੇ ਇਸ ਵਿੱਚ ਪੜ੍ਹੀਆਂ ਲਿਖੀਆਂ ਔਰਤਾਂ ਆਪਣੇ ਵਰ ਨੂੰ ਚੁਣਨ ਦੇ ਸਮਰੱਥ ਹੈ, ਇਹ ਵੀ ਚੀਜ਼ ਦਿਖਾਈ ਗਈ ਹੈ। ਤ੍ਰਿਸ਼ਨਾ ਨਾਂ ਦੀ ਕਹਾਣੀ ਵਿੱਚ ਅੱਜ ਦੇ ਬਹੁ ਚਰਚਿਤ ਮੁੱਦੇ ਭਰੂਣ ਹੱਤਿਆ ਨੂੰ ਫੋਕਸ ਵਿੱਚ ਲਿਆਉਣ ਦੇ ਨਾਲ ਅਜੋਕੇ ਅਤੇ ਆਧੁਨਿਕ ਆਖੇ ਜਾਣ ਵਾਲੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਹਵਾਲੇ ਨਾਲ ਔਰਤ ਦੀ ਹੀਣ ਅਤੇ ਵਸਤੂ ਹੋਣ ਦਾ ਬਿਰਤਾਂਤ ਸਿਰਜਿਆ ਗਿਆ ਹੈ। ਆਖਣ ਵੇਖਣ ਨੂੰ ਅਸੀਂ 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਗਏ ਹਾਂ। ਔਰਤ ਦੀ ਤਰੱਕੀ ਅਤੇ ਆਜ਼ਾਦੀ ਦੀ ਮੁਹਾਰਣੀ ਵੀ ਰਟੀ ਜਾ ਰਹੇ ਹਾਂ। ਇਸ ਵਿੱਚ ਅੰਸ਼ਕ ਸੱਚਾਈ ਵੀ ਹੈ। ਕਹਾਣੀ ਦੀ ਮੁੱਖ ਪਾਤਰ
ਰਜਨੀ ਪੜ੍ਹੀ ਲਿਖੀ ਹੈ ਤੇ ਉਹ ਆਪਣੀ ਮਰਜ਼ੀ ਦੇ ਵਰ ਨੂੰ ਪ੍ਰਾਪਤ ਕਰਨ ਦੀ ਉਸਨੇ ਆਜ਼ਾਦੀ ਵੀ ਹਾਸਲ ਕਰ ਲਈ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਬੱਚਾ ਪੈਦਾ ਕਰਨ ਅਤੇ ਮਾਂ ਬਣਨ ਦੇ ਉਸਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਫੈਸਲੇ ਦਾ ਅਧਿਕਾਰ ਉਸਦੇ ਆਪਣੇ ਕੋਲ ਨਹੀਂ ਹੈ। ਉਸਦਾ ਪ੍ਰੇਮੀ ਪਤੀ ਪ੍ਰਤੂਲ ਹੀ ਅਸਲੀ ਮੈਜਿਸਟ੍ਰੇਟ ਹੈ ਜੋ ਰਜਨੀ ਦੀ ਮਾਂ ਬਣਨ ਦੀ ਫਰਿਆਦ ਨੂੰ ਸੁਣਨ ਤੋਂ ਇਨਕਾਰੀ ਹੈ ਤੇ ਕੇਵਲ ਨਰ ਬੱਚਾ ਹੀ ਪ੍ਰਾਪਤੀ ਕਰਨਾ ਚਾਹੁੰਦਾ ਹੈ। ਤੇ ਜੋ ਨਰ ਬੱਚਾ ਹੈ ਉਸ ਦੀ ਕੀ ਕਰਨਾ ਚਾਹੁੰਦਾ, ਉਹ ਪ੍ਰਬਲ ਚਾਹਤ ਅਧੀਨ ਆਪਣੀ ਹੋਣ ਵਾਲੀ ਬੱਚੀ ਨੂੰ ਕੁੱਖ ਵਿੱਚ ਕਤਲ ਕੀਤੇ ਜਾਣ ਦਾ ਫੈਸਲਾ ਸੁਣਾਉਂਦਾ ਹੈ। ਮੁਹੱਬਤ ਦੇ ਜਜ਼ਬੇ ਵਿੱਚ ਭਿੱਜੇ ਹੋਏ ਔਰਤ ਮਰਦ ਵਿੱਚ ਭਾਵੇਂ ਬਰਾਬਰੀ ਤੇ ਇੱਕ ਦੂਜੇ ਦੀ ਇੱਛਾ ਦਾ ਸਤਿਕਾਰ ਹੈ, ਪਰ ਫਿਰ ਵੀ ਇਸ ਵਿੱਚ ਦਿਖਾਇਆ ਗਿਆ ਹੈ ਕਿ ਜਿਹੜਾ ਪ੍ਰਤੂਲ ਹੈ ਉਸ ਦੁਆਰਾ ਸਿਰਫ ਮਰਦ ਬੱਚਾ ਹੀ ਉਹਨੂੰ ਚਾਹੀਦਾ ਹੈ, ਮਤਲਬ ਉਸਨੂੰ ਬੱਚੀ ਨਹੀਂ ਚਾਹੀਦੀ, ਬੱਚਾ ਚਾਹੀਦਾ ਹੈ। ਤਾਂ ਇਹਦੇ ਵਿੱਚ ਕਹਾਣੀ ਦੇ ਵਿੱਚ ਜਿਵੇਂ ਉਹ ਕਹਿੰਦਾ ਕਿ ਮਰਦ ਔਰਤ ਦੀ ਮੁਹੱਬਤ ਨੂੰ ਆਪਣੇ ਹਿੱਤਾਂ ਲਈ ਵਰਤ ਜਾਂਦੀ ਹੈ। ਭਾਵੁਕ ਸ਼ੋਸ਼ਣ ਦਾ ਸ਼ਿਕਾਰ ਰਜਨੀ ਪ੍ਰਤੂਲ ਦੀ ਮੁਹੱਬਤ ਦੇ ਹੁੰਗਾਰੇ ਵਜੋਂ ਹੀ ਆਪਣੇ ਘਰ ਪੈਦਾ ਹੋਣ ਵਾਲੀ ਬੱਚੀ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਗਰਭਪਾਤ ਰਾਹੀਂ ਖਤਮ ਕਰ ਲੈਂਦੀ ਹੈ ਤੇ ਜ਼ਿੰਦਗੀ ਭਰ ਲਈ ਬਾਂਝ ਹੋ ਜਾਂਦੀ ਹੈ। ਗਰਭਪਾਤ ਦਾ ਇਹ ਗੁਨਾਹ ਅਤੇ ਅਣਜੰਮੀ ਬੱਚੀ ਲਈ ਅੰਦਰੇ ਪਿਆ ਰਹਿ ਗਿਆ ਮਮਤਾ ਦਾ ਅਤ੍ਰਿਪਤ ਜਜ਼ਬਾ ਉਸ ਦੇ ਲਈ ਉਮਰ ਭਰ ਲਈ ਸੰਤਾਪ, ਪੀੜਾ, ਪਰਛਾਵੇਂ ਦਾ ਕਾਰਨ ਬਣ ਜਾਂਦਾ ਹੈ। ਉਹ ਨਾ ਚਾਹੁੰਦਿਆਂ ਹੋਇਆਂ ਵੀ ਪਤੀ ਦੀ ਖੁਸ਼ੀ ਲਈ ਇਹ ਗੁਨਾਹ ਕਰ ਬੈਠਦੀ ਹੈ। ਮਰਦ ਪ੍ਰਤੂਲ ਰਜਨੀ ਦਾ ਪ੍ਰੇਮੀ ਪਤੀ ਹੋਣ ਦੇ ਬਾਵਜੂਦ ਉਸ ਅੰਦਰਲੇ ਜ਼ਖਮੀ ਜਜ਼ਬਿਆਂ ਦੇ ਉਮੜਦੇ ਤੂਫਾਨ ਨੂੰ ਸਮਝਣ ਤੋਂ ਅਸਮਰੱਥ ਹੈ। ਗਰਭਪਾਤ ਕਰਵਾ ਕੇ ਆਈ ਪਤਨੀ ਦੀ ਜ਼ਖਮੀ ਮਾਨਸਿਕਤਾ ਨੂੰ ਸਮਝਣ ਤੋਂ ਅਸਮਰੱਥ ਅਤੇ ਉਸ ਨੂੰ ਧੀਰਜ ਦੇਣ ਦੀ ਲੋੜ ਨੂੰ ਅਸਲੋਂ ਅਣਗੌਲਿਆ ਕਰਕੇ ਕਲੱਬ ਚਲੇ ਜਾਣ ਵਾਲਾ ਪ੍ਰਤੂਲ ਪਥਰਾਏ ਜਜ਼ਬਿਆਂ ਵਾਲਾ ਵਿਅਕਤੀ ਲੱਗਦਾ ਹੈ। ਰਜਨੀ ਲਈ ਆਪਣੀ ਹੋਣ ਵਾਲੀ ਧੀ ਨੂੰ ਕੁੱਖ ਵਿੱਚ ਹੀ ਕਤਲ ਕਰਵਾ ਆਉਣਾ ਜਿੱਥੇ ਉਸਦੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਅਤੇ ਦੁਖਦਾਇਕ ਘਟਨਾ ਹੈ, ਉੱਥੇ ਪ੍ਰਤੂਲ ਵਾਸਤੇ ਇਹ ਬਿਲਕੁਲ ਇੱਕ ਸਧਾਰਨ ਗੱਲ ਲੱਗਦੀ ਨਜ਼ਰ ਆਉਂਦੀ ਹੈ। ਦੁੱਗਲ ਨੇ ਇੱਕ ਮਰਦ ਲੇਖਕ ਹੋਣ ਦੇ ਬਾਵਜੂਦ ਔਰਤ ਮਨ ਦੀ ਸੰਵੇਦਨਾ ਨੂੰ ਬੜੀ ਬਾਰੀਕੀ ਨਾਲ ਸਮਝਾਇਆ ਤੇ ਪੇਸ਼ ਕੀਤਾ ਹੈ। ਕਰਤਾਰ ਸਿੰਘ ਦੁੱਗਲ ਇੱਕ ਮਨੋਵਿਗਿਆਨੀ ਵਾਂਗ ਮਨੁੱਖੀ ਮਨ ਦੀਆਂ ਜੋ ਅੰਦਰੂਨੀ ਹਾਲਾਤ ਹੈ, ਮਨੁੱਖੀ ਮਨ ਦੇ ਵਿੱਚ ਇੱਛਾਵਾਂ, ਤ੍ਰਿਪਤਾਵਾਂ ਜਿਹੜੀਆਂ ਹੈ ਉਸ ਨੂੰ ਪੂਰੀਆਂ ਕਰਦਿਆਂ ਉਹ ਬੜੇ ਹੀ ਸਹਿਜ ਨਾਲ ਪਾਠਕਾਂ ਦੇ ਸਾਹਮਣੇ ਕਹਾਣੀ ਨੂੰ ਸਮਝਾਉਂਦਾ ਹੈ। ਰਜਨੀ ਦਾ ਉਮਰ ਭਰ ਲਈ ਬਾਂਝ ਹੋਣਾ ਭਾਵੇਂ ਦੋਵਾਂ ਜੀਆਂ ਨੂੰ ਆਪਣੇ ਪਾਪ ਦੀ ਮਿਲਣ ਵਾਲੀ ਰੱਬੀ ਸਜ਼ਾ ਜਿਹਾ ਲੱਗਦਾ ਹੈ, ਪਰ ਲੇਖਕ ਕੇਵਲ ਇਸ ਗੱਲ ਉੱਤੇ ਫੋਕਸ ਕਰਨ ਦੀ ਬਜਾਏ ਰਜਨੀ ਦੇ ਮਨੋਯਥਾਰਥ ਨੂੰ ਪੇਸ਼ ਕਰਨ ਵੱਲ ਵਧੇਰੇ ਰੁਚਿਤ ਹੈ ਤੇ ਇਸ ਪ੍ਰਕਾਰ ਕਹਾਣੀ ਨੂੰ ਰੋਮਾਂਟਿਕ ਅਤੇ ਆਦਰਸ਼ਕ ਰੰਗ ਵਿੱਚ ਰੰਗਣ ਤੋਂ ਬਚ ਜਾਂਦਾ ਹੈ। ਉਸਦੀ ਯਥਾਰਥਵਾਦੀ ਦ੍ਰਿਸ਼ਟੀ ਰਜਨੀ ਅੰਦਰ ਪਸਰੇ ਮਮਤਾ ਦੇ ਅਤ੍ਰਿਪਤ ਖਲਾਅ ਨੂੰ ਪਛਾਣਦੀ ਹੈ ਤੇ ਇਸ ਕਹਾਣੀ ਨੂੰ ਭਰਨ ਲਈ ਉਹ ਸਕੂਲ ਵਿੱਚ ਦਾਖਲ ਹੋਣ ਆਈਆਂ ਕੁੜੀਆਂ ਦੇ ਨਾਂ ਆਪਣੀ ਅਣਜੰਮੀ ਧੀ ਤ੍ਰਿਸ਼ਨਾ ਦੇ ਨਾਂ ਤੇ ਰੱਖਦੀ ਹੈ। ਕਿਉਂਕਿ ਰਜਨੀ ਸਕੂਲ ਦੇ ਵਿੱਚ ਅਧਿਆਪਕ ਹੁੰਦੀ ਹੈ, ਜਦੋਂ ਬੱਚੀਆਂ ਆਉਂਦੀਆਂ ਉਹਦੇ ਕੋਲੇ ਤਾਂ ਉਹਨਾਂ ਦਾ ਨਾਮ ਉਹ ਤ੍ਰਿਸ਼ਨਾ ਰੱਖ ਦਿੰਦੀ ਹੈ। ਉਹਨਾਂ ਨੂੰ ਤ੍ਰਿਸ਼ਨਾ ਪੁਕਾਰ ਕੇ ਮਾਨਸਿਕ ਸਕੂਨ ਅਨੁਭਵ ਕਰਦੀ ਹੈ। ਇਸ ਤਰ੍ਹਾਂ ਆਪਣੀ ਗਵਾਚੀ ਧੀ ਦੇ ਚਿਹਰੇ ਨੂੰ ਸਕੂਲ ਦੀਆਂ ਕੁੜੀਆਂ ਵਿੱਚੋਂ ਲੱਭਣ ਦਾ ਉਸਦਾ ਯਤਨ ਭਾਵੇਂ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਲਾਉਣ ਦਾ ਤਾਂ ਤਰਲਾ ਜਿਹਾ ਹੀ ਜਾਪਦਾ ਹੈ, ਪਰ ਅਤ੍ਰਿਪਤ ਰਹਿ ਗਏ ਆਪਣੀ ਮਮਤਾ ਦੇ ਤੀਬਰ ਜਜ਼ਬੇ ਲਈ ਉਸ ਦਾ ਇਹ ਯਤਨ ਭਾਵ ਵਿਰੇਚਨ ਦਾ ਕਾਰਜ ਕਰਦਾ ਹੈ। ਵਿਰੇਚਨ ਦਾ ਭਾਵ ਹੈ ਜਦੋਂ ਸਾਡੇ ਦੁੱਖਾਂ ਦਾ ਕਥਾਰਸਿਸ ਹੁੰਦਾ ਹੋਵੇ, ਦੁੱਖ ਵੰਡਾਏ ਜਾਂਦੇ ਹੋਣ, ਦੁੱਖ ਘਟਣੇ ਸ਼ੁਰੂ ਹੋ ਜਾਂਦੇ ਹੈ, ਦੁੱਖ ਬਾਹਰ ਨਿਕਲਦੇ ਹੈ, ਉਸਦੇ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਸਹਾਈ ਵੀ ਹੁੰਦਾ ਹੈ। ਵਿਅੰਗ ਦੀ ਤੇਜ਼ ਧਾਰ ਨਾਲ ਸਮਾਜ ਦੀਆਂ ਗਲਤ ਕੀਮਤਾਂ ਨੂੰ ਨਿਸ਼ਾਨਾ ਬਣਾਉਣ ਦਾ ਹੁਨਰ ਕਰਤਾਰ ਸਿੰਘ ਦੁੱਗਲ ਬਾਖੂਬੀ ਜਾਣਦਾ ਹੈ।
ਪ੍ਰਤੂਲ ਦਾ ਮੈਜਿਸਟ੍ਰੇਟ ਹੋਣਾ ਅਤੇ ਉਸ ਨੂੰ ਇਨਸਾਫ ਦਾ ਰਖਵਾਲਾ ਆਖਣਾ ਅਜਿਹਾ ਵਿਅੰਗ ਹੈ ਜੋ ਕੇਵਲ ਰਜਨੀ ਦੀ ਪੀੜਾ ਨੂੰ ਹੀ ਜਵਾਨ ਨਹੀਂ ਦਿੰਦਾ, ਜਿਸ ਦੀਆਂ ਫਰਿਆਦਾਂ ਇਸ ਮੈਜਿਸਟ੍ਰੇਟ ਨੇ ਅਣਸੁਣੀਆਂ ਕਰਕੇ ਉਸਦੀ ਧੀ ਨੂੰ ਉਸਦੀ ਕੁੱਖ ਵਿੱਚ ਕਤਲ ਕਰਵਾ ਦੇਣ ਦਾ ਹੁਕਮ ਸੁਣਾਇਆ। ਸਗੋਂ ਪ੍ਰਤੂਲ ਨੂੰ ਔਰਤ ਦੀਆਂ ਫਰਿਆਦਾਂ ਨੂੰ ਅਣਗੌਲੇ ਕਰਨ ਵਾਲੇ ਸਮੁੱਚੀ ਮਰਦ ਜਾਤ ਦੇ ਪ੍ਰਤੀਨਿਧ ਵਜੋਂ ਪੇਸ਼ ਕਰਦਾ ਹੈ। ਕਹਾਣੀ ਦਾ ਨਾਂ ਤ੍ਰਿਸ਼ਨਾ ਵੀ ਤ੍ਰਿਪਤੀ ਅਤੇ ਮਮਤਾ ਦੀ ਅਣਬੁਝੀ ਪਿਆਸ ਦਾ ਹੀ ਸੂਚਕ ਹੈ। ਇਸ ਕਹਾਣੀ ਵਿੱਚ ਭਰੂਣ ਹੱਤਿਆ ਮੇਨ ਵਿਸ਼ਾ ਹੈ। ਆਪਾਂ ਸਾਰੀ ਵਿਸ਼ਾ ਵਸਤੂ ਇਹਦਾ ਕਰ ਹੀ ਲਿਆ। ਭਰੂਣ ਹੱਤਿਆ ਮੇਨ ਜਿਹੜਾ ਮੁੱਦਾ ਹੈ। ਰਜਨੀ ਤੇ ਪ੍ਰਤੂਲ, ਤ੍ਰਿਸ਼ਨਾ ਇਹ ਇਸ ਦੇ ਮੁੱਖ ਪਾਤਰ ਹੈ। ਰਜਨੀ ਇੱਕ ਸਕੂਲ ਅਧਿਆਪਕ ਹੈ ਅਤੇ ਪ੍ਰਤੂਲ ਮੈਜਿਸਟ੍ਰੇਟ ਲੱਗਿਆ ਹੋਇਆ। ਤਾਂ ਇਹਨਾਂ ਦੇ ਵਿੱਚ ਜੋ ਵਾਰਤਾ ਹੁੰਦੀ ਹੈ ਆਪਣੀ ਬੱਚੀ ਨੂੰ ਲੈ ਕੇ, ਮਤਲਬ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਕੁੱਖ ਦੇ ਵਿੱਚ ਸਕੈਨਿੰਗ ਵਗੈਰਾ ਕਰਾਉਂਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਬੱਚੀ ਹੈ, ਤਾਂ ਉਸ ਦਾ ਭਰੂਣ ਗਿਰਾਉਣਾ ਚਾਹੁੰਦੇ ਆ। ਮਤਲਬ ਔਰਤ ਨਹੀਂ ਚਾਹੁੰਦੀ ਗਿਰਾਉਣਾ, ਉਹ ਪ੍ਰਤੂਲ ਚਾਹੁੰਦਾ ਹੈ। ਔਰਤ ਦਾ ਉਸਦੇ ਪਿਆਰ ਦੇ ਵਿੱਚ ਬੇਵੱਸ ਹੋ ਕੇ ਆਪਣੀ ਬੱਚੀ ਨੂੰ ਕਤਲ ਕਰਵਾ ਬੈਠਦੀ ਹੈ। ਬਾਅਦ ਦੇ ਵਿੱਚ ਉਸ ਬੱਚੀ ਨੂੰ ਆਪਣੇ ਸਕੂਲ ਦੇ ਵਿੱਚ ਪੜ੍ਹ ਰਹੀਆਂ ਬੱਚੀਆਂ ਦੇ ਵਿੱਚ ਆਪਣੀ ਬੱਚੀ ਨੂੰ ਦੇਖਦੀ ਹੈ ਅਤੇ ਉਹਨਾਂ ਦਾ ਨਾਮ ਵੀ ਤ੍ਰਿਸ਼ਨਾ ਰੱਖ ਦਿੰਦੀ ਹੈ। ਤ੍ਰਿਸ਼ਨਾ ਨਾਮ ਇੱਕ ਵਿਅੰਗ ਵਾਂਗੂ ਲਿਆ ਹੈ, ਇੱਕ ਸੂਚਕ ਵਜੋਂ ਲਿਆ ਹੈ, ਲੇਖਕ ਨੇ ਚਿੰਨ੍ਹ ਵਜੋਂ ਲਿਆ ਹੈ। ਕਹਾਣੀ ਦੇ ਵਿੱਚ ਦਿਖਾਇਆ ਗਿਆ ਵੀ ਜਿਹੜੀ ਸਾਡੀ ਤ੍ਰਿਸ਼ਨਾ ਸੀ ਉਹ ਔਰਤ ਦੀ ਹੈ ਨਾ, ਵੀ ਇੱਕ ਕੁੜੀ ਮੇਰੀ ਬੱਚੀ ਸੀ ਜਿਹੜੀ, ਉਸ ਨੂੰ ਆਧਾਰ ਬਣਾ ਕੇ ਤ੍ਰਿਸ਼ਨਾ ਜਿਹੜਾ ਕਹਾਣੀ ਦਾ ਨਾਂ ਰੱਖਿਆ ਗਿਆ ਹੈ। ਸੋ ਇਹ ਕਹਾਣੀ ਸੀ ਤ੍ਰਿਸ਼ਨਾ ਕਰਤਾਰ ਸਿੰਘ ਦੁੱਗਲ ਦੀ। ਕਰਤਾਰ ਸਿੰਘ ਦੁੱਗਲ ਯਥਾਰਥਵਾਦੀ ਵਿਸ਼ਿਆਂ ਨੂੰ ਆਪਣੀਆਂ ਕਹਾਣੀਆਂ ਦੇ ਵਿੱਚ ਬੜੇ ਹੀ ਸਹਿਜ ਢੰਗ ਨਾਲ, ਬੜੇ ਹੀ ਵਧੀਆ ਤਰੀਕੇ ਨਾਲ, ਸੰਜਮਤਾ ਦੇ ਨਾਲ ਪੇਸ਼ ਕਰਦੇ ਹਨ ਅਤੇ ਪਾਠਕਾਂ ਨੂੰ ਇਹ ਕਹਾਣੀਆਂ ਉਸ ਦੀਆਂ ਟੁੰਬਦੀਆਂ ਵੀ ਨੇ। ਸੋ ਤ੍ਰਿਸ਼ਨਾ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਸੀ। ਇੱਕ ਵਾਰੀ ਆਪਾਂ ਰਿਪੀਟ ਕਰ ਲੈਂਦੇ ਹਾਂ। ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ ਵਿਖੇ ਹੋਇਆ ਸੀ ਅਤੇ ਉਹਨਾਂ ਨੇ MA ਅੰਗਰੇਜ਼ੀ ਵੀ ਕੀਤੀ ਸੀ ਅਤੇ ਨਾਲ ਹੀ ਉਹ ਥੋੜ੍ਹਾ ਸਿਆਸਤ ਦੇ ਵਿੱਚ ਵੀ ਸੀ ਕਰਤਾਰ ਸਿੰਘ ਦੁੱਗਲ। ਸੋ ਇਹ ਕਹਾਣੀ ਸੀ ਕਰਤਾਰ ਸਿੰਘ ਦੁੱਗਲ ਦੀ ਤ੍ਰਿਸ਼ਨਾ। ਆਪ ਸਭ ਦਾ ਧੰਨਵਾਦ। ਆਪਣੇ ਚੈਨਲ 'ਤੇ ਆਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਆਪਣੀ ਵੀਡੀਓਜ਼ ਹੋਰਾਂ ਲੋੜਵੰਦ ਬੱਚਿਆਂ ਤੱਕ ਪਹੁੰਚਣ।